ਪਹਿਲਾਂ ਦਰਜ ਨੇ। ਅਵਤਾਰ ਸਿੰਘ ਹੈ, ਇਹਦੇ ਖਿਲਾਫ 2 FIR ਦਰਜ ਨੇ, ਇਹ ਵੀ ਤਰਨਤਾਰਨ ਦਾ ਹੈ। ਜੋਬਨਪ੍ਰੀਤ ਵੀ ਤਰਨਤਾਰਨ ਦਾ, ਇਹਦੇ ਖਿਲਾਫ ਵੀ 2 FIR ਦਰਜ ਨੇ। ਆਕਾਸ਼ਦੀਪ ਤਰਨਤਾਰਨ ਦਾ 1 FIR ਦਰਜ ਆ। ਹਰਪ੍ਰੀਤ ਕਾਕਾ ਹੈ, ਲਵਜੋਤ ਆ। ਸੋ ਸਾਰਿਆਂ ਦੇ ਖਿਲਾਫ ਹੀ 2 ਤੋਂ ਲੈ ਕੇ 1 ਤੋਂ ਲੈ ਕੇ 5 FIR ਦਰਜ ਨੇ। ਜਿਸ ਤਰ੍ਹਾਂ ਮੈਂ ਦੱਸਿਆ ਰੇਸ਼ਮ ਦੇ ਖਿਲਾਫ 7, ਲਵਜੀਤ ਦੇ ਖਿਲਾਫ FIR ਦਰਜ ਨੇ। ਇਹ ਸਾਰੀਆਂ ਹੀ ਹੀਨਸ ਕ੍ਰਾਈਮ ਦੀਆਂ FIR ਨੇ। ਕੋਈ ਡਿਕੋਇਟੀ ਦੀ ਆ, ਕੋਈ ਮਰਡਰ ਦੀ ਆ, ਕੋਈ ਅਟੈਂਪਟ ਟੂ ਮਰਡਰ ਦੀ FIR ਆ। ਔਰ ਜਿਹੜੇ 13 ਬੰਦੇ ਇਹਨਾਂ ਨੇ ਅਰੈਸਟ ਕੀਤੇ ਆ, ਇਹਦੇ ਵਿੱਚ 9 ਜਿਹੜੇ ਨੇ ਉਹ ਸ਼ੂਟਰਸ ਨੇ, ਔਰ 4 ਜਿਹੜੇ ਨੇ ਉਹ ਜਾਂ ਸ਼ੂਟਰ ਨੇ ਪਲੱਸ ਵੈਪਨ ਦੇ ਸਪਲਾਇਰ ਵੀ ਨੇ ਉਹਦੇ ਵਿੱਚ ਕੁਝ ਬੰਦੇ ਜਿਹੜੇ ਨੇ। ਔਰ ਇਹ ਸਾਰੇ ਦੇ ਸਾਰੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਰਿਲੇਟਡ ਨੇ। ਜਿਹੜੇ ਇਹਨਾਂ ਨੇ ਮਰਡਰ ਪਲਾਨ ਕੀਤੇ ਸੀਗੇ ਉਹਦੇ ਵਿੱਚੋਂ 2 ਮਰਡਰ ਹੈਗੇ ਜਿਹੜੇ ਬੰਬੀਹਾ ਪਿੰਦਾ ਗੈਂਗ ਦੇ ਬੰਦੇ ਸੀਗੇ, ਉਹਨਾਂ ਦੇ ਮਰਡਰ ਕਰਨੇ ਸੀਗੇ। ਇੱਕ ਬੰਦਾ ਸੀਗਾ ਜਿਹੜਾ ਬੰਬੀਹਾ ਗੌਂਡਰ ਗੈਂਗ ਦਾ ਬੰਦਾ ਸੀਗਾ, ਉਹਦਾ ਮਰਡਰ ਕਰਨਾ ਸੀਗਾ। ਡਿਕੋਇਟੀਜ਼ ਜਿਹੜੀਆਂ ਇਹਨਾਂ ਨੇ ਪਲਾਨ ਕੀਤੀਆਂ ਸੀਗੀਆਂ ਉਹ ਅੰਮ੍ਰਿਤਸਰ ਦੇ ਵਿੱਚ, ਲੁਧਿਆਣੇ ਦੇ ਵਿੱਚ ਔਰ ਫਿਰੋਜ਼ਪੁਰ 'ਚ ਪਲਾਨ ਕੀਤੀਆਂ ਸੀਗੀਆਂ। ਇੱਕ ਇਹਨਾਂ ਨੇ ਪੈਟਰੋਲ ਪੰਪ ਲੁੱਟਣਾ ਸੀਗਾ ਕਪੂਰਥਲਾ ਦੇ ਏਰੀਆ ਦੇ ਵਿੱਚ। ਇੱਕ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਇਨਸੀਡੈਂਟ ਕਰਨਾ ਸੀਗਾ ਕਰਤਾਰਪੁਰ ਦੇ ਏਰੀਆ ਦੇ ਵਿੱਚ, ਜਿਹੜਾ ਇਹਨਾਂ ਨੇ ਪਲਾਨ ਕੀਤਾ ਸੀਗਾ। ਉਹ ਕੈਸ਼ ਵੈਨ ਲੁੱਟਣੀ ਸੀ ਇਹਨਾਂ ਨੇ ਬੈਂਕ ਦੀ। 3 ਟੋਲ ਪਲਾਜ਼ਾ ਪੈਂਦੇ ਆਪਣੇ ਮੇਨ ਰੋਡ ਦੇ ਉੱਤੇ, ਉਹ ਤਿੰਨੇ ਟੋਲ ਪਲਾਜ਼ਾ ਦੇ ਉੱਤੇ ਰੋਬਰੀ ਕਰਨ ਦਾ ਇਹਨਾਂ ਦਾ ਪਲਾਨ ਸੀਗਾ। ਸੋ ਸਾਰੀ ਰੇਕੀ ਕਰ ਚੁੱਕੇ ਸੀ, ਮਰਡਰਸ ਦੀ ਵੀ, ਡਿਕੋਇਟੀ ਦੀ ਵੀ, ਰੋਬਰੀ ਦੀ ਵੀ, ਔਰ ਬਿਲਕੁਲ ਟਾਈਮ ਦੇ ਉੱਤੇ ਫੜੇ ਗਏ। ਇਹਨਾਂ ਦੇ ਕੋਲੋਂ ਜਿਹੜੇ ਵੈਪਨ ਮਿਲੇ ਨੇ, ਇਹਨਾਂ ਦੇ ਕੋਲੋਂ ਟੋਟਲ ਜਿਹੜੇ ਨੇ 13 ਪਿਸਟਲ ਮਿਲੇ ਨੇ, ਜਿਹਦੇ 'ਚੋਂ 2 ਫੋਰਨ ਮੇਡ ਪਿਸਟਲ ਨੇ ਔਰ 11 ਜਿਹੜੇ ਨੇ ਉਹ ਇੰਡੀਅਨ ਪਿਸਟਲ ਨੇ, ਜਿਹਦੇ ਵਿੱਚ 4 ਸ਼ਾਮਲੀ ਦੇ ਆ ਔਰ 7 ਜਿਹੜੇ ਨੇ ਉਹ ਮੱਧ ਪ੍ਰਦੇਸ਼ ਦੇ ਆ। ਸੋ 18 ਕਾਰਟ੍ਰਿਜਸ ਮਿਲੇ ਨੇ ਇਹਨਾਂ ਦੇ ਕੋਲੋਂ। ਸੋ ਬਹੁਤ ਅੱਛੀ ਅਚੀਵਮੈਂਟ ਆ, ਬਹੁਤ ਵਧੀਆ ਅਚੀਵਮੈਂਟ SSP ਜਲੰਧਰ ਰੂਰਲ ਦੀ। ਜੇ ਕੋਈ ਤੁਹਾਡੀ ਸਪੈਸੀਫਿਕ ਕੁਐਰੀ ਆ, ਮੈਂ ਹੁਣ ਕਿਉਂਕਿ ਇਹਨਾਂ ਨੇ ਫਰੰਟ ਤੇ ਆਪ ਲੀਡ ਕਰਕੇ SSP ਜਲੰਧਰ ਰੂਰਲ ਨੇ ਆਪਰੇਸ਼ਨ ਕੀਤਾ ਹੈ, ਕੋਈ ਵੀ ਕੁਐਸਚਨ ਜਿਹੜਾ ਇਹਦੇ ਨਾਲ ਰਿਲੇਟਡ ਆ ਉਹ ਮੈਂ ਕਹੂੰਗਾ ਇਹਨਾਂ ਨੂੰ ਸਵਪਨ ਸ਼ਰਮਾ ਨੂੰ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹਦੇ ਰਿਲੇਟਡ। ਨਹੀਂ ਗਿਲ ਸਾਹਿਬ, ਇਹ ਕੋਈ ਚੀਜ਼ ਹੈ ਜਿਹੜੀ ਪਹਿਲਾਂ ਪਿੱਛੇ ਕਰਕੇ ਜਿਹੜੀ ਘਟਨਾ ਵਾਪਰੀ ਸੀ, ਉਹਨਾਂ ਨੂੰ ਜੋ ਬੰਦੇ ਫੜੇ ਸੀਗੇ ਇਹਨਾਂ ਨੇ ਰਿਟੈਕੀ ਕੀਤੀ ਹੈ, ਲੋਕੀ ਮਾਰਨੇ, ਉਹੀ ਕਿਸੇ ਇੱਕ 11 ਬੰਦੇ ਇਹਨਾਂ ਨੇ ਜੂਨ ਦੇ ਐਂਡ ਤੇ ਫੜੇ ਸੀਗੇ, ਉਹਦੀ ਕੰਟੀਨਿਊਟੀ 'ਚ ਹੀ ਆ। ਉਹ ਸੇਮ ਟਾਈਪ ਦੇ ਬੰਦੇ ਹੀ ਆ ਸਾਰੇ ਦੇ ਸਾਰੇ। ਜਿਹੜੀ ਖਾਸ ਤੌਰ ਤੇ ਕੋਈ ਵੱਡਾ ਕੋਈ ਟਾਰਗੇਟ ਤੇ ਪੋਲਿਟਿਕਲ ਦੇਖੋ ਇਹਦੇ ਵਿੱਚ ਨਾ ਜਿਹੜੀ ਦੇਖੋ ਸਪੈਸੀਫਿਕ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਉਹਦੇ ਨਾਲ ਸਿਕਿਉਰਿਟੀ ਥ੍ਰੈਟ ਹੁੰਦਾ ਹੈ, ਪਰ ਜਿੰਨੇ ਵੀ ਬੰਦੇ ਇਹਨਾਂ ਦੇ ਟਾਰਗੇਟ ਸੀਗੇ ਉਹ ਪ੍ਰੋਮੀਨੈਂਟ ਬੰਦੇ ਹੀ ਸੀਗੇ, ਬਟ ਸਪੈਸੀਫਿਕ ਆਪਾਂ ਨਹੀਂ ਡਿਸਕਲੋਜ਼ ਕਰ ਸਕਦੇ। ਪੰਜਾਬ ਦੇ ਸੀਗੇ, ਏਰੀਆ ਐਂਡ ਬੰਦੇ ਦਾ ਨਾਮ ਜਿਹੜਾ ਦੱਸਣਾ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਠੀਕ ਨਹੀਂ ਹੋਏਗਾ। ਬਟ ਆਈ ਵੁੱਡ ਨਾਟ ਸੇ ਕਿ ਕੋਈ ਪੋਲੀਟੀਸ਼ੀਅਨ ਸੀਗਾ, ਬਟ ਸਾਰੇ ਪ੍ਰੋਮੀਨੈਂਟ ਬੰਦੇ ਸੀਗੇ। ਕਿੰਨੀ ਮਾਤਰਾ 'ਚ ਅਸਲਾ ਇਹਨਾਂ ਕੋਲ ਕਿੱਥੋਂ ਆਇਆ ਜੀ? ਇਹ ਜਿੱਦਾਂ ਮੈਂ ਦੱਸਿਆ ਜੀ, ਜਿਹੜੇ ਵੈਪਨ ਆ ਇਹਦੇ 'ਚ ਹੁਣ ਨਾ ਇਹਨਾਂ ਦੇ 3-4 ਚੀਜ਼ਾਂ ਜਿਹੜੀਆਂ ਨੇ ਫਰਦਰ ਅਜੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ। ਇੱਕ ਤਾਂ ਇਹਨਾਂ ਦੀ ਠਾਰ ਕਿੱਥੇ ਸੀਗੀ ਉਹ ਲੱਭ ਰਹੇ ਆ ਕਿ ਕਿੱਥੇ ਕਿੱਥੇ ਰਹਿੰਦੇ ਰਹੇ। ਬਹੁਤੇ ਤਰਨਤਾਰਨ ਤੇ ਫਿਰੋਜ਼ਪੁਰ ਏਰੀਆ ਦੇ ਆ, ਸੋ ਜ਼ਿਆਦਾਤਰ ਚਾਂਸਿਸ ਆ ਕਿ ਤਰਨਤਾਰਨ ਜਾਂ ਫਿਰੋਜ਼ਪੁਰ ਏਰੀਆ 'ਚ ਰਹਿੰਦੇ ਰਹੇ। ਫਿਰ ਇਹਨਾਂ ਨੂੰ ਫਾਈਨੈਂਸ਼ੀਅਲੀ ਕੌਣ ਹੈਲਪ ਕਰਦਾ ਸੀਗਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਉਹਦੀ। ਤੀਸਰਾ ਹੈਗਾ ਜਿਹੜੇ ਵੈਪਨ ਸੀਗੇ, ਜਿਸ ਤਰ੍ਹਾਂ ਮੈਂ ਦੱਸਿਆ ਵੈਪਨ ਸਪਲਾਇਰ ਜਿਹੜੇ ਸੀਗੇ ਇਹਨਾਂ ਦੇ 4 ਬੰਦੇ ਇਹਨਾਂ 'ਚੋਂ ਹੈਗੇ ਆ। ਫਰਦਰ ਉਹ ਕਿੰਨਾ ਤੋਂ ਲੈ ਕੇ ਆਉਂਦੇ ਸੀਗੇ ਉਹ ਸਾਰੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਬਟ 13 ਦੇ ਵਿੱਚੋਂ 4 ਵੈਪਨ ਜਿਹੜੇ ਨੇ ਉਹ ਸ਼ਾਮਲੀ ਦੇ ਨੇ, ਜਿਹੜਾ UP ਦਾ ਏਰੀਆ, ਔਰ 7 ਵੈਪਨ ਮੱਧ ਪ੍ਰਦੇਸ਼ ਦੇ ਨੇ। ਐਗਜ਼ੈਕਟ ਕਿਹੜੇ ਬੰਦੇ ਤੋਂ ਲੈ ਕੇ ਆਉਂਦੇ ਸੀਗੇ ਉਹ ਇਹਨਾਂ ਦੀ ਟੀਮ ਲੱਗੀ ਹੋਈ ਹੈ ਇਨਵੈਸਟੀਗੇਸ਼ਨ ਤੇ। ਜਦੋਂ ਹੀ ਫਰਦਰ ਡਿਵੈਲਪਮੈਂਟ ਹੁੰਦੀ ਹੈ ਉਹ ਵੀ ਡਿਸਕਲੋਜ਼ ਕਰਾਂਗੇ। ਫੋਰਨ ਮੇਡ ਵੈਪਨ 2 ਵੈਪਨ ਸੀਗੇ ਜੀ ਉਹਦੇ ਵਿੱਚ, ਸੋ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਹਿਬ ਪਹਿਲਾਂ ਕਿਹਾ ਸੀ ਕਿ AK-47 ਉਹਨੇ 8 ਲੱਖ ਲਈ, ਇਹ ਸਾਰੇ ਵੈਪਨ ਕਿਤੇ ਵਾਕਈ ਪਰਚੇਜ਼ ਕੀਤੇ ਕ੍ਰਾਈਮ ਵਾਸਤੇ ਸੀਗੇ ਜਾਂ ਫਿਰ ਇਹਨਾਂ ਨੇ ਲੁੱਟਖੋ ਕੀਤੀ ਹੈ ਜਾਂ ਉੱਥੋਂ ਲੈ ਕੇ ਆਏ? ਨਹੀਂ, ਇਹਨਾਂ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਕ੍ਰਾਈਮ ਕਰਨਾ ਸੀਗਾ, ਔਰ ਆਈ ਕੈਨ ਓਨਲੀ ਸੇ ਕਿ ਜਿਹੜਾ ਕ੍ਰਾਈਮ ਇਹਨਾਂ ਨੇ ਕਰਨਾ ਸੀਗਾ ਸੈਂਸੇਸ਼ਨਲ ਕ੍ਰਾਈਮ ਹੀ ਕਰਨਾ ਸੀਗਾ ਇਹਨਾਂ ਨੇ। ਜਿਹੜੇ ਮਰਡਰ ਸੀਗੇ ਪਲਾਨ 5 ਮਰਡਰ ਜਾਂ ਜਿਹੜੀਆਂ ਡਿਕੋਇਟੀਜ਼ ਸੀਗੀਆਂ ਸਾਰੀਆਂ ਹੀ ਸੈਂਸੇਸ਼ਨਲ ਸੀਗੀਆਂ। ਸੋ ਇਹ ਵੈਪਨ ਇਸੇ ਕੰਮ ਵਾਸਤੇ ਯੂਜ਼ ਹੋਣੇ ਸੀ। ਸਾਰੇ ਚੰਗੇ ਸਪਿਸਟੀਕੇਟਡ ਵੈਪਨਸ ਆ, ਪਿਸਟਲਸ ਆ, ਸਾਰੇ ਤੁਸੀਂ ਦੇਖ ਸਕਦੇ ਆ। ਸੋ ਉਹ ਫਰਦਰ ਅੱਗੇ ਕਿੱਥੋਂ ਲੈ ਕੇ ਆਏ ਸੀ, ਕਿਵੇਂ ਲੈ ਕੇ ਆਏ ਸੀ, ਫਾਈਨੈਂਸ਼ੀਅਲੀ ਕਿੰਨੇ ਇਹਨਾਂ ਦੀ ਹੈਲਪ ਕੀਤੀ, ਉਹ ਸਾਰੀ ਤਫਤੀਸ਼ ਚੱਲਦੀ ਪਈ ਹੈ। ਇਹਨਾਂ ਦਾ ਜਿਹੜਾ ਮੋਟਿਵ ਆ ਜੀ ਉਹ ਇੰਟਰ ਜਿਹੜੀ ਰੈਵੈਲਰੀ ਹੈ, ਗੈਂਗ ਰੈਵੈਲਰੀ ਹੈ। ਜਿੱਦਾਂ ਇਹ ਸਾਰੇ ਲਾਰੈਂਸ ਬਿਸ਼ਨੋਈ ਦੇ ਐਸੋਸੀਏਟਸ ਨੇ, ਔਰ ਜਿਹੜੇ ਬੰਦੇ ਟਾਰਗੇਟ ਤੇ ਸੀਗੇ ਉਹ ਸਾਰੇ ਬੰਬੀਹਾ ਗੈਂਗ ਦੇ ਬੰਦੇ ਸੀਗੇ, ਜਿਹਦੇ ਵਿੱਚ ਬੰਬੀਹਾ ਪਿੰਦਾ, ਬੰਬੀਹਾ ਗੌਂਡਰ 2 ਜਿਹੜੇ ਉਹਨਾਂ ਦੇ ਫਰਦਰ ਜਿਹੜੇ ਸਬ ਯੂ ਕੈਨ ਸੇ ਹੈਗੇ ਆ ਗੈਂਗਸ,
ਉਹਨਾਂ ਦੇ ਬੰਦਿਆਂ ਨੂੰ ਹੀ ਟਾਰਗੇਟ ਕਰਨਾ ਸੀਗਾ। ਸੋ ਮੇਨ ਇਹਨਾਂ ਦਾ ਰੀਜ਼ਨ ਸੀਗਾ ਜਿਹੜਾ ਉਹ ਇੰਟਰ ਗੈਂਗ ਜਿਹੜਾ ਉਸ ਇਸ਼ੂ। ਵਾਲੇ ਦੇ ਮਰਡਰ ਤੋਂ ਬਾਅਦ ਇਹ ਬਹੁਤ ਜ਼ਿਆਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਹੋਵੇ ਜਾਂ ਦੂਜੇ ਜਿਹੜੇ ਰੰਗਦਾਰੀ ਦਾ ਜਾਂ ਥ੍ਰੈਟ ਕਾਲ, ਇਹ ਕਾਫੀ ਵਧੀ ਹੈ। ਹਾਲਾਂਕਿ ਡੀਜੀ ਸਾਹਿਬ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਹੈ ਕਿ ਅਸੀਂ ਗੈਂਗਸਟਰ ਤੇ ਡਰੱਗਸ ਨੂੰ ਲੈ ਕੇ ਕੰਮ ਕਰ ਰਹੇ ਹਾਂ ਤੇ ਜ਼ਿਆਦਾ ਜਿਹੜਾ ਹੈਗਾ ਅੱਗੇ ਆਉਣ ਵਾਲੇ ਸਮੇਂ 'ਚ ਇਹਨੂੰ ਕਰਦਾ ਹੈ। ਦੇਖੋ ਪੁਲਿਸ ਦਾ ਜਿਹੜਾ ਫੋਕਸ ਹੈ ਨਾ ਜੀ ਸਾਰੇ ਦਾ ਸਾਰਾ ਡਰੱਗਸ ਤੇ ਗੈਂਗਸਟਰਸ ਤੇ ਆ। ਹੁਣ ਇਹ ਜਿਹੜੀਆਂ ਅਚੀਵਮੈਂਟਸ ਹੋ ਰਹੀਆਂ ਨੇ ਇਹ ਪ੍ਰੋਐਕਟਿਵ ਪੁਲਿਸਿੰਗ ਦਾ ਕਰਕੇ ਆ, ਕਿਉਂਕਿ ਸਾਰੇ ਜਿੱਦਾਂ ਹੁਣ ਐਸਐਸਪੀ ਰੂਰਲ ਨੇ ਕੀਤਾ, ਬਾਕੀ ਜ਼ਿਲ੍ਹਿਆਂ 'ਚ ਵੀ ਕੀਤਾ। ਅੱਜ ਕੁਝ ਰਿਕਵਰੀਜ਼ ਜਿਹੜੀਆਂ ਨੇ ਫਤਿਹਗੜ੍ਹ ਸਾਹਿਬ ਮੋਹਾਲੀ ਦੇ ਏਰੀਆ ਦੇ ਵਿੱਚ ਵੀ ਹੋਈਆਂ ਹੈ। ਸੋ ਟੋਟਲ ਫੋਕਸ ਜਿਹੜਾ ਪੰਜਾਬ ਪੁਲਿਸ ਦਾ ਪੂਰੇ ਦਾ ਪੂਰਾ ਉਹ ਡਰੱਗਸ ਤੇ ਆ, ਪੂਰੇ ਦਾ ਪੂਰਾ ਗੈਂਗਸਟਰਸ ਤੇ ਆ। ਸੀਐਮ ਸਾਹਿਬ ਵੱਲੋਂ ਸਖਤ ਨਿਰਦੇਸ਼ ਆ ਪੰਜਾਬ ਪੁਲਿਸ ਨੂੰ ਕਿ ਪੰਜਾਬ ਦੇ ਵਿੱਚ ਉਹ ਡਰੱਗਸ ਤੇ ਗੈਂਗਸਟਰਸ ਨੂੰ ਖਤਮ ਕਰਨਾ ਹੈ। ਸਰ ਜਿਹੜੀ ਫੋਰਨ ਬੜੇ ਛੋਟੇ ਨੇ ਅਲੱਗ-ਅਲੱਗ ਕ੍ਰਿਮੀਨਲਸ ਗੈਂਗ ਨਾਲ ਆ, ਕੋਈ ਨਾ ਕੋਈ ਕੇਸ ਹੈਗੇ ਨੇ, ਇਹ ਵੀ ਤਾਂ ਪੁਲਿਸ ਦੇਖਦੀ ਹੋਏਗੀ ਵੀ ਘੱਟੋ ਘੱਟ ਜਿਹੜਾ ਬਣਿਆ ਕਿੱਦਾਂ ਬਣਿਆ, ਘੱਟੋ ਘੱਟ ਇਹ ਤਾਂ ਹੈ ਨਹੀਂ। ਦੇਖੋ ਇਹਦੇ ਚ ਕਈ ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਤਾਂ ਹਾਰਡਕੋਰ ਕ੍ਰਿਮੀਨਲਸ ਆ ਜਿਨ੍ਹਾਂ ਦੇ ਅਗੇਂਸਟ ਕੇਸਿਸ ਰਜਿਸਟਰਡ ਆ, ਬਹੁਤ ਸਾਰੇ ਉਹਨਾਂ ਦੇ ਐਸੋਸੀਏਟਸ ਆ, ਉਹ ਸਾਰੇ ਹੀ ਸਰਵੇਲੈਂਸ ਤੇ ਆ। ਅਸੀਂ ਇੱਕ ਯੂ ਕੈਨ ਸੇ ਕੋਈ ਐਸਾ ਪਹਿਲੂ ਨਹੀਂ ਜਿਹਨੂੰ ਛੱਡ ਰਹੇ, ਇੱਕ ਚੀਜ਼ ਖੰਗਾਲ ਰਹੇ ਆ, ਹਰ ਟੈਕਨੀਕ ਦੇ ਨਾਲ ਖੰਗਾਲ ਰਹੇ ਹਰ ਚੀਜ਼। ਸੋ ਜਿਹੜੀ ਜੜ ਆ ਇਹਦੀ, ਇਸ ਪੂਰੀ ਮੁਸੀਬਤ ਦੀ ਜਿਹੜੀ ਜੜ ਆ, ਉਹ ਜੜ ਨੂੰ ਫੜਨ ਵਾਸਤੇ ਲੱਗੇ ਹੋਏ ਆ ਅਸੀਂ ਸਾਰੇ। ਉੱਥੋਂ ਹੀ ਇਹ ਸਾਰੀਆਂ ਅਚੀਵਮੈਂਟਸ ਆ ਰਹੀਆਂ। ਇੱਕ ਬੰਦੇ ਤੋਂ ਦੋ ਬੰਦਿਆਂ ਦਾ ਪਤਾ ਲੱਗਦਾ ਹੈ, ਅੱਗੇ ਪਤਾ ਲੱਗਦਾ ਹੈ। ਜਿੱਥੇ ਤੱਕ ਤੁਸੀਂ ਕਹਿ ਰਹੇ ਆ ਕਈ ਬੱਚੇ ਆ ਜਾਂ ਘੱਟ ਉਮਰ ਦੇ ਆ, ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ। ਜਿੱਥੇ ਵੀ ਕੋਈ ਕ੍ਰਾਈਮ ਦੇ ਨਾਲ ਐਸੋਸੀਏਟਡ ਮਿਲੇਗਾ ਉਹਨੂੰ ਨਹੀਂ ਬਖਸ਼ਿਆ ਜਾਏਗਾ ਬਿਲਕੁਲ। ਸਰ ਜਿਹੜੀ ਫੋਰਨ ਮੇਡਡ ਗਨਸ ਹੈ ਕਿ ਇਹਦਾ ਮਾਮਲੇ ਪਾਕਿਸਤਾਨ ਦਾ ਤਾਂ ਨਹੀਂ, ਕਿਉਂਕਿ ਉਹ ਸਾਰਾ ਚੈੱਕ ਕਰ ਰਹੇ ਜੀ। ਇਹਦੇ ਤਰਨਤਾਰਨ ਦੇ ਰਹਿਣ ਵਾਲੇ ਇਹ ਬੜਾ ਜਲਦੀ ਹੋਊਗਾ, ਕੁਝ ਵੀ ਕਹਿਣਾ, ਉਹ ਸਾਰੀ ਚੈੱਕ ਕਰ ਰਹੇ ਆ ਹੁਣ, ਕਿਉਂਕਿ ਜਦੋਂ ਆਪਾਂ ਨੂੰ ਅਸਲੀ ਇਹਦਾ ਸੋਰਸ ਪਤਾ ਲੱਗੇਗਾ ਉਦੋਂ ਬਾਕੀ ਚੀਜ਼ਾਂ ਜਿਹੜੀਆਂ ਨੇ ਅੱਗੇ ਫਰਦਰ ਪਤਾ ਸਰ ਸਰਕਾਰ ਚੇਂਜ ਹੋਈ ਆ, ਪੁਲਿਸ ਉਹੀ ਕੰਮ ਕਰ ਰਹੀ ਆ, ਕੀ ਜਿਹੜਾ ਹੈਗਾ ਪੁਲਿਸ ਨੇ ਪਹਿਲਾਂ ਕੰਟਰੋਲ ਕਿਉਂ ਨਹੀਂ ਕੀਤਾ, ਇੰਨਾ ਕਿਉਂ ਵੱਧ ਗਿਆ, ਕਿਉਂ ਗੈਂਗਸਟਰ ਵਾਰ ਡਰੱਗ, ਇਹਦੇ ਪਿੱਛੇ ਵੀ ਤੁਸੀਂ ਜਾਂਚ ਕਰ ਰਹੇ ਹੋ ਵੀ ਪਿਛਲੇ ਸਮੇਂ ਦੌਰਾਨ ਪੁਲਿਸ ਨੇ ਇਹ ਕਿਉਂ ਨਹੀਂ ਕੀਤਾ ਜਾਂ ਪ੍ਰੈਸ਼ਰ ਸੀ ਕਿਸੇ ਦਾ? ਦੇਖੋ ਪੁਲਿਸ ਦਾ ਕੰਮ ਹੁੰਦਾ ਮਿਹਨਤ ਕਰਨੀ ਜੀ, ਉਹ ਮਿਹਨਤ ਕਰਦੇ ਪਏ ਆ ਔਰ ਮਿਹਨਤ ਦਿਖਦੀ ਪਈ ਆ। ਸੋ ਪਿਛਲੀ ਵਾਰੀ ਆਪਾਂ ਮੰਡੇ ਨੂੰ ਮਿਲੇ ਸੀ, ਆਪਾਂ ਡਰੱਗਸ ਤੇ ਪੂਰਾ ਹਫਤਾ ਕਿੰਨਾ ਕੰਮ ਕੀਤਾ, ਅੱਗੇ ਵੀ ਕੰਮ ਕਰ ਰਹੇ ਆ। ਸੋ ਸਾਰੇ ਹੀ ਲੱਗੇ ਹੋਏ ਆ, ਮਿਹਨਤ ਕੀਤੀ ਜਾ ਰਹੀ ਹੈ। ਪੁਲਿਸ ਜੀ ਪਹਿਲਾਂ ਕਿਉਂ ਨਹੀਂ ਕੀਤਾ ਜੀ ਜਦੋਂ ਪਹਿਲਾਂ ਪਿਛਲੀ ਸਰਕਾਰ ਸੀ? ਮੈਂ ਕੋਈ ਟਿੱਪਣੀ ਨਹੀਂ ਕਰਦਾ, ਮੈਂ ਕਹਿ ਰਿਹਾ ਸਾਡਾ ਕੰਮ ਆ ਮਿਹਨਤ ਕਰਨਾ ਔਰ ਮਿਹਨਤ ਕਰ ਰਹੇ ਆ ਜੀ ਆਪਾਂ। ਬਾਰ-ਬਾਰ ਇੱਕ ਅੰਦਰ ਡਰੱਗਸ ਨੂੰ ਲੈ ਕੇ ਆ ਰਿਹਾ, ਕਿਉਂਕਿ ਇਹਨਾਂ ਦਾ ਇਕੱਲਾ ਇੱਕ ਕੰਮ ਤਾਂ ਨਹੀਂ ਹੋਏਗਾ, ਕਿਉਂਕਿ ਜਿਹੜੀ ਡਰੱਗਸ ਵੀ ਆ ਉਹ ਵੀ ਪਾਕਿਸਤਾਨ ਤੋਂ, ਜਿਵੇਂ ਨਵਾਂ ਕਾਲਾ ਸੀ ਲਾਸਟ ਟਾਈਮ J&K ਤੋਂ ਆ ਰਹੀ ਹੈ, ਫਿਰ ਨਵਾਂ ਬਿਜਲੀ ਗੁਜਰਾਤ ਵਾਲਾ ਆ ਗਿਆ। ਇਹ ਘੱਟੋ ਘੱਟ ਜਿਹੜੀ ਲੋਕਲ ਇਹ ਜੇ ਲੋਕ ਤਾਂ ਇਕੱਲਾ ਇੱਕ ਕ੍ਰਾਈਮ ਤਾਂ ਨਹੀਂ ਕਰਦੇ ਹੋਣਗੇ, ਇਹ ਡਰੱਗਸ ਨੂੰ ਲੈ ਕੇ ਖਾਸ ਤੌਰ ਤੇ ਇੱਕ ਮਾਝਾ ਤੇ ਦੁਆਬਾ ਉਹਨੂੰ ਆਪਾਂ ਕਿਵੇਂ ਕਰਾਂਗੇ, ਕਿਉਂਕਿ ਖਾਸ ਤੌਰ ਤੇ ਬਾਰਡਰ ਨਹੀਂ ਦੇਖੋ ਇਹ ਚੀਜ਼ਾਂ ਇੰਟਰ ਰਿਲੇਟਡ ਹੁੰਦੀਆਂ ਹੈ ਔਰ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਤਫਤੀਸ਼ ਦੇ ਦੌਰਾਨ ਵੀ ਪਲੱਸ ਆਪਣੇ ਹਰ ਸੋਰਸਿਸ ਤੋਂ ਵੀ ਚੈੱਕ ਕਰਦੇ ਹਾਂ। ਇਹ ਠੀਕ ਕਹਿ ਰਹੇ ਹੋ ਤੁਸੀਂ, ਅੱਗੇ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਇਨਸੀਡੈਂਟਸ ਆਏ ਆ ਜਿੱਥੇ ਕੋਈ ਗੈਂਗਸਟਰ ਵੀ ਸੀ, ਕੋਈ ਟੈਰਰਿਸਟ ਵੀ ਸੀਗਾ ਔਰ ਡਰੱਗਸ ਨਾਲ ਵੀ ਰਿਲੇਟਡ ਸੀਗਾ। ਸੋ ਉਹ ਸਾਰੀਆਂ ਚੀਜ਼ਾਂ ਫੋਕਸ ਤੇ ਆ। ਦੇਖੋ ਮੇਨ ਆਪਣਾ ਜਿਹੜਾ ਸਾਰਿਆਂ ਦਾ ਐਫਰਟ ਕੀ ਆ ਕਿ ਡਰੱਗਸ ਨੂੰ ਖਤਮ ਕਰਨਾ ਹੈ, ਗੈਂਗਸਟਰਸ ਨੂੰ ਖਤਮ ਕਰਨਾ ਹੈ ਔਰ ਇੰਟਰ ਕਨੈਕਸ਼ਨ ਨੂੰ ਤਾਂ ਰੂਲ ਆਊਟ ਕਰ ਹੀ ਨਹੀਂ ਸਕਦੇ। ਇੰਟਰ ਕਨੈਕਟਡ ਤਾਂ ਪੋਸਿਬਿਲਿਟੀ ਹੈ ਹੀ ਹੈ ਕਿ ਇਹ ਚੀਜ਼ਾਂ ਇੰਟਰ ਕਨੈਕਟਡ ਗੱਲ ਇਹ ਹੋ ਰਹੀ ਹੈ ਅਸਲ 'ਚ ਸੋਸ਼ਲ ਮੀਡੀਆ ਦੇ ਉੱਪਰ ਬਾਕੀ ਵੀ ਹੈ, ਕਿਤੇ ਨਾ ਕਿਤੇ ਸਾਡੇ ਤੇ ਚਲੋ ਮਜਬੂਰੀ ਹੈ ਖਬਰ ਦੇਣਾ ਕਿ ਇਹ ਲੋਰੈਂਸ ਆਣਾ ਕਿ ਉਹ ਕਰੇ ਕੋਈ ਥੱਪੜ ਨਹੀਂ ਮਾਰਿਆ ਕਦੀ ਬੰਦੇ ਨੇ, ਉਸਨੇ ਆ ਕੇ ਕਦੀ ਨਾ ਵੱਡਾ ਕੁਝ ਨਹੀਂ ਕੀਤਾ ਕ੍ਰਾਈਮ, ਲੇਕਿਨ ਇਹ ਚੀਜ਼ਾਂ ਵੱਧ ਰਹੀਆਂ ਨੇ ਤਾਂ ਬੇਸਿਕਲੀ ਪੰਜਾਬ ਲਈ ਬਹੁਤ ਵੱਡਾ ਜ਼ਰੂਰੀ ਚੈਲੰਜ ਹੈਗਾ। ਉਹਦੇ ਵਾਸਤੇ ਇੱਕ ਜਿਹੜੀ ਇਨਸਾਈਡ ਜਾਂ ਆਊਟਸਾਈਡ ਜਿਹੜੀ ਹੈ ਪੁਲਿਸ ਤੇ ਸਿਵਲ ਪ੍ਰਸ਼ਾਸਨ ਕੀ ਕਰ ਰਿਹਾ ਹੈ, ਕਿਉਂਕਿ ਉਹ ਯੂਥ ਨੂੰ ਕੰਟਰੋਲ ਕਰਨਾ ਦੇਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵੀ ਕਿਸੇ ਬੱਚੇ ਹੋਣਗੇ ਨਾ ਕਿੱਦਾਂ ਆਏ ਪੁਰਾਣੇ ਹੋਣਗੇ ਜਾਂ ਇਹ ਤਾਂ ਹਾਰਡਕੋਰ ਹੋ ਗਏ ਤੇ ਨਵੇਂ ਕਿੱਦਾਂ ਹੋਣਗੇ ਨਾ, ਇਹਨੂੰ ਤੁਸੀਂ ਕਿਵੇਂ ਕੰਟਰੋਲ ਨਹੀਂ ਸਾਰੇ ਪਹਿਲੂ ਬਿਲਕੁਲ ਠੀਕ ਹੈ ਸੁਖਬੀਰ ਜੀ, ਸਾਰੇ ਪਹਿਲੂ ਆਪਾਂ ਦੇਖ ਰਹੇ ਹਾਂ ਜਿਹੜੇ ਤੁਸੀਂ ਕਹਿ ਰਹੇ ਹੋ ਜੀ, ਬਿਲਕੁਲ ਠੀਕ ਹੈ। ਗਿੱਲ ਸਾਹਿਬ ਸੋ ਫਾਰ ਅਜੇ ਨਹੀਂ ਹੈ, ਪਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਕੋਈ ਵੀ ਫਰਦਰ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਉਹ ਦੁਬਾਰਾ ਆਪਾਂ ਮੰਡੇ ਮਿਲਣਾ ਹੀ ਆ, ਉਦੋਂ ਆਪਾਂ ਫੇਰ ਕਲੈਰੀਫਾਈ ਕਰ ਸਕਦੇ। ਗਿੱਲ ਸਾਹਿਬ ਤੁਸੀਂ ਜਿਹੜਾ ਡਰੱਗਸ ਵਾਲਾ ਇਸ਼ੂ ਦੱਸਿਆ ਕਿ ਪੁਲਿਸ ਕੰਮ ਕਰ ਰਹੀ ਹੈ, ਮਿਹਨਤ ਕਰ ਰਹੀ ਹੈ, ਇਹ ਰਮਨ ਸਰ ਕੀ ਕੋਈ ਇਨਸਟਰਕਸ਼ਨਸ ਹੈ ਲੋਕਲ ਪੁਲਿਸ ਨੂੰ ਕਿ ਲੋਕਲ ਜਿਹੜੇ ਪੋਲੀਟੀਸ਼ੀਅਨਸ ਨੇ, ਐਮਐਲਏਸ ਨੇ, ਉਹਨਾਂ ਨੂੰ ਕੋਰਡਨ ਆਫ ਆਪਰੇਸ਼ਨ ਦੇ ਦੌਰਾਨ ਆਪਣੇ ਨਾਲ ਰੱਖਣਾ ਹੈ? ਨਹੀਂ ਮੈਨੂੰ ਇਹਦੇ ਬਾਰੇ ਆਈਡੀਆ ਨਹੀਂ, ਅਸੀਂ ਤਾਂ ਲਾਅ ਦੇ ਮੁਤਾਬਕ ਜਿਹੜਾ ਹੈ ਮੇਰਾ ਡੋਮੇਨ ਜਿਹੜਾ ਦੈਟ ਇਜ਼ ਟੂ ਕਲੈਕਟ ਕੇ ਵੀ ਕੀ ਕਰਨਾ ਚਾਹੀਦਾ, ਆਪਾਂ ਨੂੰ ਕਿਵੇਂ ਕਰਨਾ ਚਾਹੀਦਾ, ਉਸ ਚੀਜ਼ ਤੇ ਫੋਕਸ ਕਰਨਾ ਹੈ। ਸੋ ਲਾਅ ਦੇ ਮੁਤਾਬਕ ਹੀ ਕੰਮ ਕਰਨਾ ਹੈ, ਉਹੀ ਸਾਡਾ ਐਂਡੇਵਰ ਆ, ਉਹੀ ਸਾਡੀਆਂ ਇੰਸਟਰਕਸ਼ਨਸ।
related to Ludhiana incident where ACP Jyoti Yadav was faced local MLA. ਅੱਛਾ ਉਹ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਸਕਦਾ। She was openly asking that why you have not informed the MLA while conducting the search. ਉਹ ਮੈਨੂੰ ਆਈਡੀਆ ਨਹੀਂ ਜੀ, ਉਹ ਮੈਂ ਇੱਕ ਸੀਪੀ ਲੁਧਿਆਣਾ ਨਾਲ ਗੱਲ ਕਰਕੇ ਤੁਹਾਨੂੰ ਕਨਵੇ ਕਰ ਦਿਆਂਗੇ ਜੋ ਵੀ ਪਤਾ ਲੱਗੇ। But my question is it mandatory to inform the local MLA while conducting the searches for drugs and gangsters? ਨਹੀਂ ਐਸੀ ਕੋਈ ਨਹੀਂ ਹੈ, ਦੇਖੋ ਇਹ ਤਾਂ ਇਹ ਜੀ ਕੋਈ ਇਨਸਟਰਕਸ਼ਨ ਸਾਡੇ ਵੱਲੋਂ ਤਾਂ ਹੈ ਨਹੀਂ ਹੈ ਜੀ। ਉਹ ਤਾਂ ਲੋਕਲ ਪੁਲਿਸ ਜਿਹੜੀ ਹੈ ਉਹ ਕਈ ਦੇਖੋ ਰਿਪਰੈਜ਼ੈਂਟੇਟਿਵਸ ਨੂੰ ਕਈ ਵਾਰੀ ਆਪਾਂ ਮੀਟਿੰਗਸ ਵੀ ਬੁਲਾਉਂਦੇ ਆ, ਅਵੇਅਰਨੈਸ ਕੈਂਪੇਨਸ ਦੇ ਵਿੱਚ ਵੀ ਲੈ ਕੇ ਜਾਂਦੇ ਆ, ਬਟ ਉਹ ਓਨਲੀ ਲੋਕਲ ਪੁਲਿਸ ਜਿਹੜੀ ਉਹੀ ਦੱਸ ਸਕਦੀ ਹੈ। ਕੋਈ ਸਪੈਸੀਫਿਕ ਤਾਂ ਮੈਂ ਕਿਹਾ ਸੀ ਕੋਈ ਕੁਐਰੀ ਹੋਵੇ ਨਾ। ਉਹਦਾ ਇਨਸੀਡੈਂਟ ਨਾਲ ਸਰ ਇੰਪ੍ਰੈਸ਼ਨ ਇਹ ਗਿਆ ਕਿ ਪੁਲਿਸ ਜਿਹੜੀ ਉਹ ਪੋਲੀਟੀਸ਼ੀਅਨਸ ਦੇ ਪ੍ਰੈਸ਼ਰ 'ਚ ਕੰਮ ਕਰ ਰਹੀ ਹੈ, ਉਹਨਾਂ ਨੂੰ ਨਾਲ ਲੈ ਕੇ ਜਾਣਾ ਉਹਨਾਂ ਲਈ ਜ਼ਰੂਰੀ ਹੈ। ਨਹੀਂ ਉਹ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ, ਚੈੱਕ ਕਰਕੇ ਦੱਸ ਦਿਆਂਗੇ। ਸਰ ਇਹ ਗੱਲਾਂ ਵਿਗਨ ਨਹੀਂ ਪੈਦਾ ਕਰਦੀਆਂ? ਤੁਸੀਂ ਜਿਵੇਂ ਕਿਹਾ ਕਿ ਪੁਲਿਸ ਦਾ ਕੰਮ ਹੈ ਉਹ ਮਿਹਨਤ ਕਰਦੀ ਪਈ ਹੈ ਡਰੱਗਸ ਨੂੰ ਲੈ ਕੇ, ਵਿਗਨ ਨਹੀਂ ਪੈਦਾ ਕਰਦੀਆਂ ਇਹੋ ਜਿਹੀਆਂ ਚੀਜ਼ਾਂ? ਟਕਰਾਅ ਦੀ ਸਥਿਤੀ ਜਦੋਂ ਕੋਈ ਐਮਐਲਏ ਉੱਥੇ ਆ ਜਾਵੇ ਉਹ ਮੌਕਰੀ ਹੁੰਦੀ ਹੈ। ਦੇਖੋ ਇੱਕ ਇਨਸੀਡੈਂਟ ਦੇ ਬਾਰੇ ਦੇ ਵਿੱਚ ਮੈਨੂੰ ਸਪੈਸੀਫਿਕ ਇਨਸੀਡੈਂਟ ਦੇ ਬਾਰੇ ਦੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਕਈ ਵਾਰੀ ਥੋੜਾ ਜਿਹਾ ਪਾਰਟ ਹਾਈਲਾਈਟਡ ਹੁੰਦਾ ਹੈ, ਵੀ ਵਿਲ ਓਨਲੀ ਚੈੱਕ ਫਰੋਮ ਦੀ ਲੋਕਲ ਪੁਲਿਸ ਕਿ ਕੀ ਹੈਗਾ, ਫਿਰ ਹੀ ਕਨਵੇ ਕੀਤਾ ਜਾ ਸਕਦਾ ਉਹਦੇ ਵਿੱਚ। ਤੁਹਾਡਾ ਕੋਈ ਹੋਰ ਇਸ ਇਸ਼ੂ ਰਿਲੇਟਡ ਹੋਵੇ ਤਾਂ ਸੋਪਨ ਜੀ ਨੂੰ ਮੈਂ ਕਹੂੰਗਾ, ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਜੀ ਸਵਾਲ। ਸੋਪਨ ਜੀ ਕੁਝ ਦੇਰ ਪਹਿਲਾਂ ਜਲੰਧਰ ਦੇ ਐਡਵੋਕੇਟ ਨੇ, ਉਹਨਾਂ ਦੀ ਕਾਲ ਆਈ ਹੈ ਔਰ ਉਹਨਾਂ ਨੇ ਕਿਹਾ ਕਹਿੰਦੇ ਕਿ ਮੈਂ ਕੰਪਲੇਂਟ ਦਰਜ ਕਰਵਾਈ ਹੈ, ਹਾਲਾਂਕਿ ਤੁਸੀਂ ਸ਼ੂਟਰਸ ਫੜੇ ਹੈ, ਲੇਕਿਨ ਜੋ ਗੈਂਗਸਟਰ ਉਹਨਾਂ ਦਾ ਦਾਅਵਾ ਕਿ ਉਹਨਾਂ ਨੂੰ ਕਾਲ ਕਰਕੇ ਅਨਮੋਲ ਬਿਸ਼ਨੋਈ ਦਾ ਨਾਮ ਲੈਂਦੇ ਪਏ ਹੈ, ਲਾਰੈਂਸ ਬਿਸ਼ਨੋਈ ਦਾ ਭਰਾ, ਉਹਨੇ ਥ੍ਰੈਟ ਕਾਲ ਕੀਤੀ ਉਹਨਾਂ ਨੂੰ, ਉਹਨਾਂ ਨੇ ਕੰਪਲੇਂਟ ਵੀ ਦਰਜ ਕਰਵਾਈ ਹੈ। ਇਹ ਕਾਲਸ ਲਗਾਤਾਰ ਚੱਲ ਰਹੀਆਂ। ਜਲੰਧਰ ਸਿਟੀ ਦਾ ਹੋਣਾ ਜੀ, ਮੇਰਾ ਜਲੰਧਰ ਰੂਰਲ ਹੈ। ਜ਼ਿੰਮੇਵਾਰੀ ਤਾਂ ਪੰਜਾਬ ਦੀ ਹੈ। ਦੇਖੋ ਕਾਲਸ ਜਿਹੜੀਆਂ ਕਿਹੜੀ ਤੁਸੀਂ ਕੀ ਸੀਗਾ ਤੁਹਾਡਾ ਕੁਐਰੀ ਕੀ ਸੀ ਸਾਰੇ ਉਹ ਕਾਲਸ ਦੇ ਵਿੱਚ ਨਾ ਜੀ ਸਾਰਾ ਕਰ ਰਹੇ, ਬਸ ਉਹਦੇ ਵਿੱਚ ਬਹੁਤ ਸਾਰੀਆਂ ਫੇਕ ਕਾਲਸ ਵੀ ਨੇ। ਉਹ ਸਾਡਾ ਸਾਈਬਰ ਕ੍ਰਾਈਮ ਵੀ ਕੰਮ ਕਰ ਰਿਹਾ, ਲੋਕਲ ਪੁਲਿਸ ਵੀ ਕਰ ਰਹੀ ਹੈ ਔਰ ਉਸ ਤੇ ਲੱਗੇ ਹੋਏ ਆ ਅਸੀਂ ਪੂਰੀ ਤਰ੍ਹਾਂ। ਉਹ 'ਚ ਆਥੈਂਟਿਕ ਕਾਲਸ ਬਹੁਤ ਘੱਟ ਨੇ, ਫੇਕ ਕਾਲਸ ਬਹੁਤ ਜ਼ਿਆਦਾ ਆ ਰਹੀਆਂ ਉਹਦੇ ਵਿੱਚ। ਸਰ ਉਹਦੇ ਵਾਸਤੇ ਕੀ ਕਰ ਰਹੀ ਆਈਟੀ ਵਿੰਗ ਪੁਲਿਸ ਦੀ? ਕਿਉਂਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਲਗਾਤਾਰ ਮੈਂ ਲਾਰੈਂਸ ਬਿਸ਼ਨੋਈ ਦਾ ਦੁਰਗਾ ਬੋਲ ਰਿਹਾ, ਮੈਨੂੰ ਇੰਨੇ ਪੈਸੇ ਦਿਓ, ਜਿਹੜੇ ਬਿਜ਼ਨਸਮੈਨ ਨੇ ਉਹਦੇ 'ਚ ਫੜੇ ਵੀ ਜਾਂਦੇ ਆ ਜੀ, ਜਿੱਦਾਂ ਲੁਧਿਆਣੇ ਪਿੱਛੇ ਇਹ ਫੜੇ ਗਏ ਸੀ ਉਹ ਵੀ ਫੇਕ ਨਿਕਲੇ ਸੀਗੇ, ਫਰੀਦਕੋਟ ਦੇ ਵਿੱਚ ਫੜੇ ਗਏ ਸੀਗੇ ਉਹ ਵੀ ਫੇਕ ਨਿਕਲੇ ਸੀਗੇ। ਸੋ ਉਹਦੇ 'ਚ ਜਿਹੜੀ ਕਾਲ ਆਉਂਦੀ ਆ ਉਹ ਨੰਬਰ ਨੂੰ ਆਪਾਂ ਲੈ ਕੇ ਨੰਬਰ ਦੀ ਤਹਿ ਤੱਕ ਜਾ ਕੇ ਆਇਡੈਂਟੀਫਾਈ ਕਰਦੇ ਆ ਔਰ ਬਹੁਤ ਸਾਰੀਆਂ ਕਾਲਸ ਨੇ ਜਿਹਦੇ 'ਚ ਤੁਸੀਂ ਪਿੱਛੇ ਦੇਖਿਆ ਹੋਣਾ ਕਾਫੀ ਕੇਸਿਸ ਇਹੋ ਜਿਹੇ ਆਏ ਜਿਹ 'ਚ ਫੇਕ ਕਾਲਸ ਹੀ ਆਈਆਂ ਨੇ ਉਹਦੇ ਵਿੱਚ। ਪਰ ਇਨੀਸ਼ੀਅਲ ਸਟੇਜ ਦੇ ਉੱਤੇ ਹਰ ਕਾਲ ਨੂੰ ਉਨਾ ਹੀ ਸੀਰੀਅਸਲੀ ਲਿਆ ਜਾਂਦਾ ਹੈ। ਇਹੀ ਮੰਨ ਕੇ ਚੱਲਿਆ ਜਾਂਦਾ ਕਿ ਕਿਤੇ ਠੀਕ ਤਾਂ ਨਹੀਂ ਹੈ ਜਦੋਂ ਤੱਕ ਐਸਟੈਬਲਿਸ਼ ਨਾ ਹੋ ਪਾਵੇ ਕਿ ਇਹ ਫੇਕ ਕਾਲ ਆ। ਲੋਕ ਦੱਸਦੇ ਨਹੀਂ ਕਿ ਉਹਨਾਂ ਨੂੰ ਵੀ ਲੋਨ ਨਹੀਂ ਦੱਸਣਾ ਚਾਹੀਦਾ ਹੈ ਜੀ। ਅਸੀਂ ਤਾਂ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦੀ ਕਾਲ ਆਉਂਦੀ ਦੱਸੋ, ਜੇ ਪਬਲਿਕ ਦੱਸੇਗੀ ਤਾਂ ਹੀ ਬੰਦੇ ਫੜੇ ਜਾਣਗੇ। ਔਰ ਮੈਜੋਰਿਟੀ ਕੇਸਿਸ ਦੇ ਵਿੱਚ ਜੋ ਹੁਣ ਤੱਕ ਦਾ ਐਕਸਪੀਰੀਅੰਸ ਹੈ ਫੇਕ ਕਾਲਸ ਹੀ ਆ ਰਹੀਆਂ ਜ਼ਿਆਦਾ ਕੇਸਿਸ ਦੇ ਵਿੱਚ। ਜਿਹੜੀਆਂ ਫਰੋਤੀ ਦੀਆਂ ਕਾਲਾਂ ਨੇ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਬਰੋਬਰੀ ਹੋ ਗਈ ਹੈ, ਜ਼ਿਆਦਾ ਹੋ ਗਈਆਂ ਨੇ, ਕਾਰਨ ਕੀ ਮੰਨਦੇ? ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ, ਬਹੁਤ ਸਾਰੀਆਂ ਕਾਲਸ ਨੇ ਜਿਹੜੀਆਂ ਫੇਕ ਨਿਕਲਦੀਆਂ ਨੇ, ਬਹੁਤ ਕਾਲਸ ਨੇ, ਬਲਕਿ ਕਈ ਇਸ ਤੋਂ ਪਹਿਲਾਂ ਸਰ ਫੇਕ ਕਾਲਸ ਵੀ ਜਿਹੜੀਆਂ ਇੰਨਾ ਡਰ ਰਹਿੰਦਾ ਸੀਗਾ ਪੁਲਿਸ ਦਾ ਕਿਤੇ ਨਾ ਕਿਤੇ। ਨਹੀਂ ਉਹ ਜਦੋਂ ਕੋਈ ਦੇਖਦਾ ਕੋਈ ਇਨਸੀਡੈਂਟ ਹੋਇਆ, ਇੱਕ ਵਾਰੀ ਇਦਾਂ ਦਾ ਹੋਇਆ ਸੀਗਾ, ਬਟ ਹੁਣ ਪਿਛਲੇ ਕੁਝ ਦਿਨਾਂ ਤੋਂ ਕਾਫੀ ਕੰਟਰੋਲ 'ਚ ਹੈ ਔਰ ਜੋ ਡਿਵੈਲਪਮੈਂਟਸ ਹੁਣ ਰੀਸੈਂਟਲੀ ਹੋ ਰਹੀਆਂ ਹੈ, ਜਿੰਨਾ ਪ੍ਰੋਐਕਟਿਵਲੀ ਕੰਮ ਕੀਤਾ ਜਾ ਰਿਹਾ ਉਹ ਦਿਖਣ ਲੱਗ ਗਿਆ ਅਸਰ ਪੂਰੀ ਤਰ੍ਹਾਂ ਔਰ ਤੁਹਾਨੂੰ ਆਉਂਦੇ ਦਿਨਾਂ 'ਚ ਹੋਰ ਅਸਰ ਦਿਖੂਗਾ ਇਸ ਚੀਜ਼ ਦਾ। ਜਿਹੜੇ ਗੈਂਗਸਟਰ ਫੜੇ ਨੇ ਇਹਨਾਂ ਦੇ ਰਡਾਰ ਤੇ ਬੰਬੀਹਾ ਗੈਂਗ ਦੇ ਮੈਂਬਰ ਸੀਗੇ ਬੰਬੇ तो भी वो चला जाएगा नेशनल में, थोड़ा हिंदी में बोलिए। अच्छा, ये जलंधर रूरल पुलिस और डीआईजी जो जलंधर रेंज है उनकी सुपरविज़न में एक 13 लोगों का एक गैंग पकड़ा हमने, जिसमें 9 शूटर्स हैं और 4 लोग हैं जो वेपन सप्लायर्स हैं। जो प्रिलिमिनरी इन्वेस्टिगेशन में अभी तक आया कि 5 मर्डर केसेस और 7 डिकॉयटीज़ जो थी वो प्लान थी इनकी तरफ से, जिसको प्रिवेंट किया गया है। और ये टोटल जो ऑपरेशन है 2 वीक्स का ऑपरेशन है, जिसमें पूरा जो जलंधर रूरल की टीम है उन्होंने बहुत मेहनत से बहुत इफेक्टिवली काम किया है, जिससे ये जो सेंसेशनल क्राइम्स थे ये प्रिवेंट करने में पुलिस कामयाब हुई है। और इसमें 13 जो हैं वो पिस्टल्स हमने पकड़े, जिसमें से 2 ਸੋ ਬਿਲਕੁਲ ਤੁਸੀਂ ਸੁਣਿਆ ਆਈਜੀ ਸੁਖਚੈਨ ਸਿੰਘ ਗਿੱਲ ਹੋਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ 13 ਗੁਰਗਿਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 4 ਸੀ ਜਿਹੜੇ ਜਿਨ੍ਹਾਂ ਨੇ ਹਥਿਆਰ ਸਪਲਾਈ ਕਰੇ ਸੀ ਤੇ ਬਾਕੀ ਜਿਹੜੇ ਨੇ ਉਹ ਸ਼ੂਟਰ ਦੱਸੇ ਜਾ ਰਹੇ ਨੇ।
ਹਾਲਾਂਕਿ ਇਸ ਕੇਸ ਦੇ ਵਿੱਚ ਉਹ ਸ਼ੂਟਰ ਸੀ, ਇਸ ਬਾਰੇ ਹਲੇ ਕਨਫਰਮ ਨਹੀਂ ਹੋਇਆ, ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਇਹਨਾਂ ਦੇ ਵਿੱਚੋਂ 4 ਜਿਹੜੇ ਗੁਰਗੇ ਸੀ ਉਹਨਾਂ ਦੁਆਰਾ ਹਥਿਆਰ ਜ਼ਰੂਰ ਸਪਲਾਈ ਕੀਤੇ ਗਏ ਸੀ। ਸੋ ਨਾਲ ਦੀ ਨਾਲ ਦੱਸ ਦਈਏ ਕਿ ਕਈ ਅਹਿਮ ਜਿਹੜੇ ਤੱਥ ਨੇ ਉਹ ਵੀ ਸਾਂਝੇ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਰੇ ਸ਼ੂਟਰ ਨੇ ਜਿਹੜੇ ਉਹ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਨੇ। ਬੇਸਿਕਲੀ ਜਲੰਧਰ ਰੂਰਲ ਜਿਹੜਾ ਡਿਸਟ੍ਰਿਕਟ ਆ ਉਹਨਾਂ ਨੇ ਡੀਆਈਜੀ ਸਾਹਿਬ ਦੀ ਸੁਪਰਵਿਜ਼ਨ 'ਚ ਸਵਪਨ ਸ਼ਰਮਾ ਜੀ ਐਸਐਸਪੀ ਜਲੰਧਰ ਰੂਰਲ ਔਰ ਡੀਆਈਜੀ ਐਸ ਮੂਰਤੀ ਜੀ, ਇਹਨਾਂ ਨੇ ਇੱਕ ਬੜਾ ਅੱਛਾ ਆਪਰੇਸ਼ਨ ਜਿਹੜਾ ਹੈ 2 ਹਫ਼ਤੇ ਲੱਗੇ ਜਿਹਦੇ ਤੇ ਇਹਨਾਂ ਨੂੰ ਪੂਰੇ ਆਪਰੇਸ਼ਨ ਤੇ ਉਹਦੇ 'ਚ ਇਹਨਾਂ ਨੇ ਇੱਕ 13 ਬੰਦੇ ਜਿਹੜੇ ਅਰੈਸਟ ਕੀਤੇ ਆ ਜਿਹੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਰਿਲੇਟਡ ਨੇ 13 ਬੰਦੇ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ 5 ਕਤਲ ਜਿਹੜੇ ਇਹਨਾਂ ਨੇ ਅਵੋਇਡ ਕੀਤੇ ਆ, ਪ੍ਰੀਵੈਂਟ ਕੀਤੇ ਆ, ਜਿਹੜੇ ਕਿ ਹੋਣੇ ਸੀ ਜੇ ਬੰਦੇ ਨਾ ਫੜੇ ਜਾਂਦੇ। ਔਰ 7 ਜਿਹੜੀਆਂ ਨੇ ਆਰਮ ਡਿਕੋਇਟੀਜ਼ ਇਹਨਾਂ ਨੇ ਕਰਨੀਆਂ ਸੀਗੀਆਂ ਜਿਹੜੀ ਇਹਨਾਂ ਦੀ ਪਲੈਨਿੰਗ ਸੀਗੀ ਅਲੱਗ-ਅਲੱਗ ਜਗ੍ਹਾ ਦੇ ਉੱਤੇ।